ਸਤਿ ਸ਼੍ਰੀ ਅਕਾਲ। ਚੈਨਲ ਪੰਜਾਬੀ ਵੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਮੈਂ ਬਿੰਦਰਪਾਲ ਕੈਨੇਡਾ ਨਿਊਜ਼ ਬੁਲੇਟਿਨ ਦੇ ਵਿੱਚ ਸਵਾਗਤ ਕਰਦਾ। ਸਭ ਤੋਂ ਪਹਿਲਾਂ ਨਿਗਾਹ ਮਾਰ ਲਈਏ ਹੁਣ ਤੱਕ ਦੀਆਂ ਖਾਸ ਹੈਪਨਿੰਗਸ ਤੇ। ਕੈਨੇਡਾ ਦੇ ਇਨਫਰਾਸਟ੍ਰਕਚਰ ਮੰਤਰੀ ਅਮਰਜੀਤ ਸੋਹੀ ਨੇ ਬੁਨਿਆਦੀ ਢਾਂਚੇ ਨਾਲ ਜੁੜੇ ਪ੍ਰੋਜੈਕਟਾਂ ਵਾਸਤੇ ਛੇਤੀ ਹੀ ਪੈਸਾ ਦੇਣ ਦੀ ਕੀਤੀ ਗੱਲ। ਓਨਟਾਰੀਓ ਦੇ ਵਿੱਚ ਆਟੋ ਖੇਤਰ ਨਾਲ ਜੁੜੀਆਂ 3000 ਨੌਕਰੀਆਂ ਦਾ ਮਸਲਾ ਅਜੇ ਵੀ ਨਹੀਂ ਹੋਇਆ ਹੱਲ। ਤੇ ਡੈਮੋਕ੍ਰੈਟਿਕ ਪਾਰਟੀ ਦੇ ਟੌਮ ਮਲਕੇਰ ਨੇ ਵਰਲਡ ਇਕਨੋਮਿਕ ਫੋਰਮ ਦੇ ਵਿੱਚ ਪ੍ਰਧਾਨ ਮੰਤਰੀ ਦੇ ਰਵੱਈਏ ਦੀ ਕੀਤੀ ਨਿੰਦਾ। ਅਤੇ ਹੁਣ ਜਾਣ ਲੈਂਦੇ ਖਬਰਾਂ ਤਫਸੀਲ ਦੇ ਨਾਲ। ਕੈਨੇਡਾ ਦੇ ਇਨਫਰਾਸਟ੍ਰਕਚਰ ਮੰਤਰੀ ਅਮਰਜੀਤ ਸੋਹੀ ਨੇ ਬੁਨਿਆਦੀ ਢਾਂਚੇ ਦੇ ਨਾਲ ਜੁੜੇ ਪ੍ਰੋਜੈਕਟਾਂ ਵਾਸਤੇ ਛੇਤੀ ਹੀ ਪੈਸਾ ਦੇਣ ਦੀ ਗੱਲ ਕੀਤੀ ਹੈ। ਇਸ ਦੇ ਨਾਲ ਹੀ ਉਹਨਾਂ ਇਹ ਵੀ ਸਾਫ਼ ਕੀਤਾ ਹੈ ਕਿ ਇਹ ਪੈਸਾ ਬਜਟ ਪਾਸ ਹੋਣ ਤੋਂ ਪਹਿਲਾਂ ਨਹੀਂ ਮਿਲ ਸਕਦਾ। ਸੋਹੀ ਨੇ ਟੋਰਾਂਟੋ ਰੀਜਨ ਬੋਰਡ ਆਫ ਟ੍ਰੇਡ ਦੇ ਇੱਕ ਸਮਾਗਮ ਦੇ ਵਿੱਚ ਸ਼ਿਰਕਤ ਕਰਦਿਆਂ ਹੋਇਆਂ ਆਪਣੇ ਸੰਬੋਧਨ ਦੇ ਵਿੱਚ ਇਸ ਗੱਲ ਦੀ ਤਸਦੀਕ ਕੀਤੀ ਹੈ ਕਿ ਜਸਟਿਨ ਟਰੂਡੋ ਦੀ ਅਗਵਾਈ ਦੇ ਵਿੱਚ ਚੱਲ ਰਹੀ ਲਿਬਰਲ ਸਰਕਾਰ ਦਾ ਇਹ ਮੰਨਣਾ ਹੈ ਕਿ 10 ਸਾਲਾ ਬੁਨਿਆਦੀ ਢਾਂਚੇ ਦੀ ਰਣਨੀਤੀ ਲਈ ਨੀਂਹ ਤਿਆਰ ਕਰਨ ਦਾ ਕੰਮ ਪਹਿਲੇ 2 ਸਾਲਾਂ ਦੇ ਵਿੱਚ ਕੀਤਾ ਗਿਆ ਖਰਚ ਹੀ ਤੈਅ ਕਰੇਗਾ। ਆਪਣੇ ਭਾਸ਼ਣ ਤੋਂ ਬਾਅਦ ਸੋਹੀ ਨੇ ਕਿਹਾ ਹੈ ਕਿ ਮੌਜੂਦਾ ਆਰਥਿਕ ਹਾਲਾਤਾਂ ਦੇ ਕਾਰਨ ਇਹੋ ਜਿਹੇ ਨਿਵੇਸ਼ ਦੀ ਲੋੜ ਹੋਰ ਵੀ ਜ਼ਿਆਦਾ ਮਹਿਸੂਸ ਹੋ ਰਹੀ ਹੈ। ਉਹਨਾਂ ਨੇ ਇਹ ਵੀ ਆਖਿਆ ਹੈ ਕਿ ਉਹਨਾਂ ਦੀ ਸਰਕਾਰ ਇਹ ਯਕੀਨੀ ਬਣਾਉਣਾ ਚਾਹੁੰਦੀ ਹੈ ਕਿ ਅਗਲੇ ਉਸਾਰੀ ਦੇ ਸੀਜ਼ਨ ਤੋਂ ਪਹਿਲਾਂ ਹੀ ਨਿਵੇਸ਼ ਕੀਤਾ ਜਾ ਸਕੇ ਤੇ ਇਸ ਨੂੰ ਇੱਕ ਟੀਚੇ ਦੇ ਤਹਿਤ ਵੀ ਰੱਖਿਆ ਗਿਆ ਹੈ। ਇੱਥੇ ਇਹ ਦੱਸਣਾ ਬਣਦਾ ਹੈ ਕਿ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਲਿਬਰਲ ਸਰਕਾਰ ਦੀ ਅਸਲ ਯੋਜਨਾ $60 ਬਿਲੀਅਨ ਪਬਲਿਕ ਟ੍ਰਾਂਜਿਟ ਗ੍ਰੀਨ ਪ੍ਰੋਜੈਕਟਾਂ ਉੱਤੇ 10 ਸਾਲਾਂ ਦੇ ਵਿੱਚ ਕਿਫਾਇਤੀ ਮਕਾਨ ਤਿਆਰ ਕਰਨ ਲਈ ਬੁਨਿਆਦੀ ਢਾਂਚੇ ਦੇ ਵਿੱਚ ਨਿਵੇਸ਼ ਕਰਨਾ ਸੀ। ਪਾਰਟੀ ਨੇ ਸ਼ੁਰੂਆਤ ਦੇ ਵਿੱਚ $17.4 ਬਿਲੀਅਨ ਵੰਡਣ ਦਾ ਟੀਚਾ ਵੀ ਰੱਖਿਆ ਸੀ। We had very extensive discussions about why investing in infrastructure is critical, and we said that we will do that by running a modest deficit over the next number of years, and that's what we are looking at. Furthermore, it becomes more urgent for us to actually continue to live up to that commitment to invest in the economy, because the way the economic situation is now, we have a process to go through. We have a budget to go through. Once the budget is finalized and passed, if what I am considering, if this is what we are able to do, then we will start getting the money out to the communities as quickly as possible. My goal is to ensure that we invest in the next construction season. The last thing we want to do is lose another construction season, which has happened because of the lack of having expedited process in place. We have lost. We were not able to fully realize the potential of the last construction season, but we want to make sure that we get the money out into the community as quickly as possible, so we can create jobs and grow our economy and also make our communities more resilient. ਲਿਬਰਲ ਸਰਕਾਰ ਬੁਨਿਆਦੀ ਢਾਂਚੇ ਲਈ ਪੈਸਾ ਛੇਤੀ ਹੀ ਇਹਨਾਂ ਪ੍ਰੋਜੈਕਟਾਂ ਦੇ ਵਿੱਚ ਲਾਉਣਾ ਚਾਹੁੰਦੀ ਹੈ। ਸੋਈ ਨੇ ਕਿਹਾ ਹੈ ਕਿ ਉਹ ਚਾਹੁੰਦੇ ਨੇ ਕਿ ਮੁਰੰਮਤ ਮੇਨਟੇਨੈਂਸ ਉੱਤੇ ਪੈਸਾ ਖਰਚਿਆ ਜਾਵੇ ਤਾਂ ਹੀ ਇਸ ਤਰ੍ਹਾਂ ਦੇ ਪ੍ਰੋਜੈਕਟ ਛੇਤੀ ਨੇਪਰੇ ਚੜ੍ਹ ਸਕਣਗੇ ਤੇ ਇਸ ਦੇ ਨਾਲ ਅਰਥਚਾਰੇ ਨੂੰ ਵੀ ਹੁਲਾਰਾ ਮਿਲੇਗਾ। ਬਿਊਰੋ ਰਿਪੋਰਟ, ਚੈਨਲ ਪੰਜਾਬੀ। ਓਨਟਾਰੀਓ ਦੇ ਵਿੱਚ ਆਟੋ ਖੇਤਰ ਨਾਲ ਜੁੜੀਆਂ 3000 ਨੌਕਰੀਆਂ ਦਾ ਮਸਲਾ ਅਜੇ ਵੀ ਉਵੇਂ ਦਾ ਉਵੇਂ ਲਟਕਿਆ ਹੋਇਆ ਹੈ। ਵਰਲਡ ਇਕਨੋਮਿਕ ਫੋਰਮ ਦੇ ਵਿੱਚ ਬੋਲਦਿਆਂ ਹੋਇਆਂ ਕੈਨੇਡਾ ਦੇ ਇਕਨੋਮਿਕ ਡਿਵੈਲਪਮੈਂਟ ਮੰਤਰੀ ਨਵਦੀਪ ਬੈਂਸ ਨੇ ਕਿਹਾ ਹੈ ਕਿ ਜਨਰਲ ਮੋਟਰਸ ਨੇ ਅਜੇ ਤੱਕ ਓਸ਼ਾਵਾ ਦੇ ਵਿੱਚ ਆਪਣੇ ਪਲਾਂਟ ਨੂੰ ਰੱਖਣ ਲਈ ਕੋਈ ਵਾਅਦਾ ਨਹੀਂ ਕੀਤਾ। ਜਨਰਲ ਮੋਟਰਸ ਦੀ CEO ਮੈਰੀ ਬਾਰਾ ਨੇ ਵਰਲਡ ਇਕਨੋਮਿਕ ਫੋਰਮ ਦੇ ਵਿੱਚ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਨਾਲ ਨਿੱਜੀ ਤੌਰ ਤੇ ਮੁਲਾਕਾਤ ਕਰਨ ਤੋਂ ਪਹਿਲਾਂ ਨਵਦੀਪ ਬੈਂਸ ਦੇ ਨਾਲ ਗੱਲਬਾਤ ਕੀਤੀ। ਬੈਂਸ ਨੇ ਆਖਿਆ ਹੈ ਕਿ ਉਹਨਾਂ ਦੇ ਮੁਤਾਬਿਕ ਓਨਟਾਰੀਓ ਆਟੋਮੋਟਿਵ ਤਿਆਰ ਕਰਨ ਵਾਲਾ ਗੜ੍ਹ ਹੈ ਜੋ ਹਰ ਤਰ੍ਹਾਂ ਦੀ ਮਸ਼ੀਨਰੀ ਦੇ ਨਾਲ ਲੈਸ ਵੀ ਹੈ। ਉਹਨਾਂ ਕਿਹਾ ਹੈ ਕਿ ਓਨਟਾਰੀਓ ਸੈਲਫ ਡਰਾਈਵਿੰਗ ਕਾਰਾਂ ਦੇ ਨਿਰਮਾਣ ਦੇ ਵਿੱਚ ਵੀ ਪੂਰੀ ਕਾਬਲੀਅਤ ਰੱਖਦਾ ਹੈ। ਪਰ ਨਾਲ ਹੀ ਉਹਨਾਂ ਨੇ ਇਹ ਵੀ ਤਸਦੀਕ ਕੀਤੀ ਹੈ ਕਿ ਕੰਪਨੀ ਵੱਲੋਂ ਓਸ਼ਾਵਾ ਪਲਾਂਟ ਦੇ ਭਵਿੱਖ ਬਾਰੇ ਕੋਈ ਸਪਸ਼ਟ ਗੱਲ ਨਹੀਂ ਕੀਤੀ ਗਈ ਹੈ। We have over 700, unique parts that are made in Ontario. For example, we have a strong supplier base in Ontario when it comes to the automotive sector. We have a tremendous workforce in Ontario with the expertise. We have great relationships with universities and colleges that really look at research and development. And so that kind of
cluster, that kind of advantage, those kind of synergies really positions Canada well. So that was a case I was making across the board with different global executives in Detroit, and that's what I'm doing here at Davos as well. Did you make the case specifically, though, for the plant, and what was her response if you did? So I talked about not only Oshawa, I talked about, again, overall our footprint going forward in Canada. And she understood that Canada has stepped up in the past, particularly in the role that Canada played in terms of making sure that GM and Chrysler, for example, were able to sustain their business. So she showed an enormous amount of appreciation for that. And when it came to specific, production sites and vehicles, they'll make that determination on a going forward basis, but there was no specifics that were provided at that time. ਜੇ ਗੱਲ ਜਨਰਲ ਮੋਟਰਸ ਦੀ ਕਰੀਏ ਤਾਂ ਉਸਨੇ ਇਹ ਸਾਫ਼ ਕਰ ਦਿੱਤਾ ਹੈ ਕਿ ਜਦੋਂ ਤੱਕ ਇਸ ਸਾਲ ਦੇ ਆਖਰ ਤੱਕ ਯੂਨੀਅਨ ਦੇ ਨਾਲ ਗੱਲਬਾਤ ਦਾ ਕੋਈ ਸਿੱਟਾ ਨਹੀਂ ਨਿਕਲਦਾ ਉਦੋਂ ਤੱਕ ਇਸ ਬਾਰੇ ਕੋਈ ਵੀ ਫੈਸਲਾ ਨਹੀਂ ਕੀਤਾ ਜਾ ਸਕਦਾ। ਬਿਊਰੋ ਰਿਪੋਰਟ ਚੈਨਲ ਪੰਜਾਬੀ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਵਰਲਡ ਇਕਨੋਮਿਕ ਫੋਰਮ ਦੇ ਵਿੱਚ ਨੌਜਵਾਨਾਂ ਦੇ ਇੱਕ ਇਕੱਠ ਨੂੰ ਸੰਬੋਧਨ ਕਰਦਿਆਂ ਹੋਏ ਕਿਹਾ ਹੈ ਕਿ ਸਕੂਲ ਅਤੇ ਸਿੱਖਿਆ ਸਿਸਟਮ ਮਲਟੀਕਲਚਰ ਨੂੰ ਉਤਸ਼ਾਹ ਦੇਣ ਲਈ ਸਹਾਇਕ ਸਿੱਧ ਹੋ ਸਕਦਾ ਹੈ। ਉਹਨਾਂ ਨੇ ਕੈਨੇਡਾ ਦੇ ਵਿੱਚ ਗੈਰ ਕੈਨੇਡੀਅਨ ਲੋਕਾਂ ਦੇ ਤਰੱਕੀ ਕਰਨ ਦੀ ਉਦਾਹਰਨ ਵੀ ਦਿੱਤੀ ਹੈ। Multiculturalism as a whole bunch of a mainstream culture, going to a school gym on a given day and going to different booths and sampling samosas here and then going over to see a Berber dance over here, and then we have instead an entire school celebrating Diwali, the festival of lights, or looking up their Chinese horoscopes, or talking about how to support your friends going through Ramadan. I mean, the range of experiences become the mainstream in Canada, and for me that happens within our public schools. It happens within our education, and that is for me the answer when people say, oh, these folks aren't integrating into our value systems quick enough. For me, how we ensure that education gives people the tools to understand that you don't have to choose between the identity that your parents have and being a full citizen of Canada. That yes, there are behaviors and attitudes that are different, that growing up a second generation Muslim girl in Canada means you may have to have a difficult conversation with your parents about lipstick, or about that Indian boy you're dating, or whatever. But these are things that do not weaken the fabric of who you are and the society you belong to. And it's not easy, and that's why you can't do it overnight. But that's where a diverse and open and inclusive education system and open circle of friends is what we have to work towards in our communities. And there's a whole other thing I could say about education, but around diversity, that's where I really think. ਉਦੋਂ ਦੂਜੇ ਪਾਸੇ ਨੈਸ਼ਨਲ ਡੈਮੋਕ੍ਰੈਟਿਕ ਪਾਰਟੀ ਦੇ ਟੌਮ ਮਲਕੇਰ ਨੇ ਵਰਲਡ ਇਕਨੋਮਿਕ ਫੋਰਮ ਦੇ ਵਿੱਚ ਪ੍ਰਧਾਨ ਮੰਤਰੀ ਦੇ ਰਵੱਈਏ ਦੀ ਨਿੰਦਾ ਕਰਦਿਆਂ ਹੋਏ ਕਿਹਾ ਹੈ ਕਿ ਟਰੂਡੋ ਉੱਤੇ ਕੈਨੇਡਾ ਵਾਸੀਆਂ ਨੂੰ ਪੂਰੀਆਂ ਉਮੀਦਾਂ ਸੀ, ਪਰ ਟਰੂਡੋ ਵਰਲਡ ਇਕਨੋਮਿਕ ਫੋਰਮ ਦੇ ਵਿੱਚ ਆਪਣੇ ਆਪ ਨੂੰ ਸਾਬਿਤ ਕਰਨ ਦਾ ਸੁਨਹਿਰੀ ਮੌਕਾ ਖੁੰਝਾ ਗਏ ਨੇ ਤੇ ਉਹ ਪਿਛਲੀ ਕੰਜ਼ਰਵੇਟਿਵ ਪਾਰਟੀ ਨਾਲੋਂ ਕਿਸੇ ਵੀ ਤਰ੍ਹਾਂ ਅਲੱਗ ਵਿਖਾਈ ਨਹੀਂ ਦਿੱਤੇ। Trudeau had a golden opportunity during this trip to distance himself from the previous Conservative government by bringing the retirement age back to 65. Be great. And the fact that he didn't do it shows that there's not that much of a difference on some of these issues. It's one thing for Mr. Trudeau to go to Paris, as I heard him do before Christmas, and proclaim that Canada is back, conflating an election of a Liberal government with the return of Canada. I don't think that a lot of Canadians are going to be satisfied with just that. They know that we're in tough economic times, families are suffering, there's increasing income inequality in our country, and we've got to start dealing with that. ਵੇਲਾ ਹੋ ਚੱਲਿਆ ਇੱਕ ਛੋਟੇ ਜਿਹੇ ਬ੍ਰੇਕ ਦਾ। ਤੁਸੀਂ ਬਣੇ ਰਹੋ ਚੈਨਲ ਪੰਜਾਬੀ ਦੇ ਨਾਲ ਤੇ ਅਸੀਂ ਮਿਲਦੇ ਹਾਂ ਇੱਕ ਛੋਟੇ ਜਿਹੇ ਬ੍ਰੇਕ ਤੋਂ ਬਾਅਦ।